ਸਤਿ ਸ਼੍ਰੀ ਅਕਾਲ ਜੀ। ਸਵਾਗਤ ਸਾਰਿਆਂ ਦਾ। ਮੈਂ ਰਣਬੀਰ ਸੰਧੂ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ 2021 ਦਾ ਵਰ੍ਹਾ ਤਕਰੀਬਨ ਬਸ ਆਪਣੇ ਅਲਵਿਦਾ ਕਹਿ ਕੇ 22 ਨੂੰ ਖੁਸ਼ਾਮਦੀਦ ਵੈਲਕਮ ਕਹਿ ਕੇ ਤੁਰ ਜੂਗਾ। ਇਹ ਖੱਟੀਆਂ ਮਿੱਠੀਆਂ ਕੌੜੀਆਂ ਕੁਝ ਚੰਗੀਆਂ ਬਹੁਤ ਸਾਰੀਆਂ ਯਾਦਾਂ ਨਾਲ ਲੈ ਕੇ ਆਇਆ ਸੀ। ਲੈ ਕੇ ਇਸ ਕਰਕੇ ਆਇਆ ਸੀ ਕਿ ਹਾਲਾਤ ਬੜੇ ਗੰਭੀਰ ਸੀ, ਵਿੱਚ ਬੜੀਆਂ ਉਮੀਦਾਂ ਸੀ ਕੀ ਤੋਂ। ਖੈਰ ਇਹ ਵੀ ਆਪਣੀਆਂ ਕੁਝ ਛਾਪ ਛੱਡ ਕੇ ਗਿਆ। ਕਈਆਂ ਲਈ ਬੜਾ ਚੰਗਾ ਗੁਜ਼ਰਿਆ, ਕਈਆਂ ਲਈ ਮੁਸੀਬਤ ਦੀ ਘੜੀ ਬਣੀ ਸੀ। ਕਈ ਪਰਿਵਾਰਾਂ 'ਚੋਂ ਮਰੀਜ਼ ਸੀ ਜਿਹੜੇ ਬਤੌਰ ਕਰੋਨਾ ਦੇ ਉਹ ਵਿਛੜ ਗਏ। ਕਿਸਾਨ ਅੰਦੋਲਨ ਦਾ ਬਹੁਤ ਵੱਡਾ ਅਸਰ ਔਰ ਬਹੁਤ ਸਾਰੀਆਂ ਸ਼ਹੀਦੀਆਂ ਪਾਈਆਂ ਲੋਕਾਂ ਨੇ ਉੱਥੇ। ਬਹੁਤ ਸਾਰੇ ਬੱਚੇ ਖੁਸ਼ ਹੋਏ ਕਿ ਮੈਂ ਹੁਣ ਵਿਦੇਸ਼ ਚਲੇ ਗਿਆ, ਬੜੇ ਦੁਖੀ ਨੇ ਕਿ ਮੇਰਾ ਵੀਜ਼ਾ ਰਿਜੈਕਟ ਹੋ ਗਿਆ। ਜਦੋਂ ਵੀ ਕੋਈ ਵਰ੍ਹਾ ਆਉਂਦਾ ਅਸੀਂ ਉਹਦੀ ਵੈਲਕਮ ਖੁਸ਼ਾਮਦੀਦ ਪੋਜ਼ਿਟਿਵ ਵੇ ਨਾਲ ਕਰਦੇ ਹਾਂ ਕਿ ਅਗਲਾ ਸਾਲ ਸਾਡੇ ਲਈ ਸੁੱਖ ਸ਼ਾਂਤੀ ਵਾਲਾ ਹੋਊਗਾ, ਖੁਸ਼ੀਆਂ ਵਾਲਾ ਹੋਊਗਾ, ਸਾਡੇ ਸੁਪਨੇ ਪੂਰੇ ਹੋਣਗੇ। ਬਿਲਕੁਲ ਜਦੋਂ ਅਸੀਂ ਇਸ ਨੂੰ ਪ੍ਰਵਾਸ ਦੇ ਫਰੇਮ 'ਚ ਢਾਲ ਕੇ ਵੇਖਾਂਗੇ ਤਾਂ ਬੜੀਆਂ ਉਮੀਦਾਂ ਨੇ ਸਾਨੂੰ ਇਸ ਵਕਤ, ਕਿਉਂਕਿ ਥੋੜ੍ਹੀਆਂ ਅਨਾਉਂਸਮੈਂਟਸ ਆਸਟ੍ਰੇਲੀਆ ਵੱਲੋਂ, ਨਿਊਜ਼ੀਲੈਂਡ ਵੱਲੋਂ ਹੋਣੀਆਂ ਸ਼ੁਰੂ ਹੋ ਗਈਆਂ। UK, ਕੈਨੇਡਾ, US ਪਹਿਲਾਂ ਹੀ ਇਸ ਦੌੜ ਦੇ ਵਿੱਚ ਸ਼ਾਮਲ ਸੀ। ਅੱਜ ਅਸੀਂ ਉਹਨਾਂ ਵਿਦਿਆਰਥੀਆਂ ਦੀ ਗੱਲ ਕਰਨ ਜਾ ਰਹੇ ਹਾਂ, ਉਸ ਸ਼ਖਸੀਅਤ ਦੇ ਨਾਲ ਗੱਲ ਕਰਨ ਜਾ ਰਹੇ ਹਾਂ, ਉਸ ਐਕਸਪਰਟ ਨਾਲ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਹਰਿਆਣਾ ਔਰ ਪੰਜਾਬ ਦੇ ਬਹੁਤ ਸਾਰੇ ਸੈਂਕੜੇ ਵਿਦਿਆਰਥੀ, ਹਜ਼ਾਰਾਂ ਵਿਦਿਆਰਥੀ UK, ਆਸਟ੍ਰੇਲੀਆ, ਕੈਨੇਡਾ, US, ਨਿਊਜ਼ੀਲੈਂਡ, ਯੂਰਪ ਭੇਜੇ। ਉਹਨਾਂ ਦੇ ਅਸੀਂ ਜਾਣਾਂਗੇ ਕਿ ਅਗਲੇ 4 ਮਹੀਨੇ ਦਾ ਪਲਾਨ ਕੀ ਹੋਣਾ ਚਾਹੀਦਾ। ਜਨਵਰੀ, ਫਰਵਰੀ, ਮਾਰਚ ਦੇ ਵਿੱਚ ਕਿਹੜੇ ਕੰਟਰੀ ਦੇ ਇਨਟੇਕਸ ਨੇ, ਵਿਦਿਆਰਥੀ ਇੰਸਟੈਂਟ ਕਿਵੇਂ 19 ਵਾਲਾ, 18 ਵਾਲਾ, 20 ਵਾਲਾ, 21 ਦੀ ਅਸੀਂ ਗੱਲ ਨਾ ਕਰਾਂਗੇ, ਉਹਦੇ ਕੋਲ ਬਹੁਤ ਸਾਰੀਆਂ ਆਪਸ਼ਨਸ ਨੇ। ਅਪਲਾਈ ਕਰਕੇ ਕਿਹੜੇ ਕੰਟਰੀ ਦੇ ਵਿੱਚ ਜਾ ਸਕੂਗਾ। ਅਸੀਂ ਸੈਪਟੈਂਬਰ ਦੀ ਲੰਮੀ ਗੱਲ ਨਹੀਂ ਕਰਾਂਗੇ ਕੈਨੇਡਾ ਦੀ, ਉਸ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜਨਵਰੀ, ਫਰਵਰੀ, ਮਾਰਚ ਤੱਕ ਕਿਹੜੀਆਂ ਆਪਸ਼ਨਸ ਸਟੂਡੈਂਟਸ ਕੋਲ 2022 ਦੇ ਸਟਾਰਟਿੰਗ ਦੇ ਵਿੱਚ ਹੋਣਗੀਆਂ। ਸੋ ਮੇਰੇ ਨਾਲ ਮੁਕੇਸ਼ ਜੀ ਨੇ ਔਰ ਵਿਸ਼ੇਸ਼ ਤੌਰ 'ਤੇ ਸਾਡੇ ਨਾਲ ਅੰਬਾਲਾ ਤੋਂ ਜਾਂ ਵੱਖ-ਵੱਖ ਇਹਨਾਂ ਦੇ ਪੰਜਾਬ ਦੇ ਆਫਿਸਿਸ ਨੇ, ਹਰਿਆਣਾ ਦੇ ਵਿੱਚ ਆਫਿਸਿਸ ਨੇ, ਸਾਡੇ ਨਾਲ ਅਕਸਰ ਵਿਸ਼ਵਾਸ ਇੰਟਰਨੈਸ਼ਨਲ ਤੋਂ ਜੁੜਦੇ ਨੇ। ਬਹੁਤ ਸਵਾਗਤ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਜੀ ਤੁਹਾਡੀ ਟੀਮ ਨੂੰ ਨਵੇਂ ਵਰ੍ਹੇ ਦੀਆਂ ਮੁਬਾਰਕਾਂ। ਮੇਰੇ ਖਿਆਲ 2021 ਦਾ ਇਸ ਮੰਚ ਤੇ ਤੁਹਾਡਾ ਆਖਰੀ ਸ਼ੋਅ ਹੈ, ਆਪਾਂ 22 ਦੇ ਵਿੱਚ ਖੁਸ਼ਾਮਦੀਦ ਕਹਾਂਗੇ ਜੀ। ਬਿਲਕੁਲ, ਮੇਰੇ ਵੱਲੋਂ ਤੁਹਾਨੂੰ ਵੀ, ਤੁਹਾਡੀ ਟੀਮ ਨੂੰ ਵੀ ਔਰ ਸਾਰੇ ਦਰਸ਼ਕਾਂ ਨੂੰ ਵੀ ਬਹੁਤ ਸ਼ੁਭਕਾਮਨਾਵਾਂ। ਮੁਕੇਸ਼ ਜੀ, ਜਦੋਂ ਸ਼ੁਰੂਆਤ ਹੋਣੀ ਹੈ 5-10 ਦਿਨਾਂ ਬਾਅਦ ਜਸ਼ਨ ਮੁੱਕਣੇ ਨੇ, ਫਿਰ ਲੋਹੜੀ ਆਉਂਦੀ ਹੈ, ਹਰਿਆਣਾ ਪੰਜਾਬ ਨਾਰਥ ਮਨਾਉਂਦਾ, ਫਿਰ ਥੋੜ੍ਹੀਆਂ ਠੰਡ ਕਹਿੰਦੇ ਨੇ ਕਿ ਬਸੰਤ ਆਉਂਦੀ ਹੈ। ਫਿਰ ਪੰਜਾਬੀ ਦੀ ਕਹਾਵਤ ਹੈ, ਆਈ ਬਸੰਤ ਪਾਲਾ ਉਡੰਤ। ਹੌਲੀ ਠੰਡ ਨੇ ਵੀ ਚਲੇ ਜਾਣਾ ਹੈ ਔਰ ਡਰ ਜਿਹੜਾ ਹੈ ਕਰੋਨਾ ਦਾ ਉਹ ਵੀ ਚਲੇ ਜਾਊਗਾ ਕਿ ਚਲੋ 2 ਸਾਲ ਬਾਅਦ, ਮਾਰਚ 'ਚ 2 ਸਾਲ ਹੋ ਜਾਣੇ ਨੇ। ਜਦੋਂ ਅਸੀਂ ਜਨਵਰੀ ਦੀ ਗੱਲ ਕਰਾਂਗੇ ਜਾਂ ਫਰਵਰੀ ਦੀ ਗੱਲ ਕਰਾਂਗੇ ਜਾਂ ਮਾਰਚ ਦੀ ਗੱਲ ਕਰਾਂਗੇ, ਕਿਹੜੇ ਇਨਟੇਕ ਕਿਹੜੇ ਕੰਟਰੀ ਦੇ ਨੇ, ਕਿੱਥੇ ਅਪਲਾਈ ਕਰਨਾ ਚਾਹੀਦਾ ਸਟੂਡੈਂਟਸ ਨੂੰ? ਦੇਖੋ, 2 ਕੰਟਰੀ ਫਿਲਹਾਲ ਤੇ ਮੈਂ ਸਭ ਤੋਂ ਪਹਿਲੇ ਇੱਥੇ ਚੀਜ਼ ਨੂੰ ਹਾਈਲਾਈਟ ਕਰਨਾ ਚਾਹੁੰਦਾ ਕਿ ਬਹੁਤ ਸਾਰੇ ਵਿਦਿਆਰਥੀ ਜਿਹੜੇ ਕਿ ਸਪੈਸ਼ਲੀ ਉਹ ਸਟੂਡੈਂਟ ਜਿਹੜੇ ਕਿ ਪੋਸਟ ਗ੍ਰੈਜੂਏਸ਼ਨ ਪ੍ਰੋਗਰਾਮ ਲਈ, ਮਾਸਟਰਸ ਲਈ ਆਪਣੇ ਡਿਪੈਂਡੈਂਟ ਨੂੰ ਜਾਂ ਆਪਣੇ ਬੱਚਿਆਂ ਨੂੰ ਨਾਲ ਸਟੂਡੈਂਟ ਦੇ ਨਾਲ ਡਿਪੈਂਡੈਂਟ ਤੌਰ 'ਤੇ ਲੈ ਕੇ ਜਾਣਾ ਚਾਹੁੰਦੇ ਸੀ। ਉਹਦੇ ਲਈ ਇੱਕ ਬਹੁਤ ਵਧੀਆ ਆਪਸ਼ਨਸ ਅੱਜ ਕੱਲ੍ਹ ਚੱਲ ਰਹੀ ਸੀ, ਵਿਚ ਵਾਸ ਕਾਲਡ UK ਦਾ। ਬਟ ਇੱਕ ਇਹ ਹੈ ਕਿ ਬਹੁਤ ਜ਼ਿਆਦਾ ਇੱਕ ਸਿਸਟਮ ਹਾਈ ਕਮਿਸ਼ਨ ਤੱਕ ਫਾਈਲ ਪਹੁੰਚਣਾ ਇਜ਼ ਨਾਟ ਅ ਈਜ਼ੀ ਟਾਸਕ, ਕਿਉਂਕਿ UK ਦਾ ਇਹ ਨਹੀਂ ਪਤਾ ਹੁੰਦਾ ਕਿ ਕੈਸ਼ ਲੈਟਰ ਤੁਹਾਡਾ ਆ ਗਿਆ ਅਤੇ ਮੁੜ ਕੇ ਤੁਹਾਨੂੰ ਸਵੇਰੇ ਈਮੇਲ ਆ ਜਾਏਗੀ ਕਿ ਕੈਸ਼ ਕੈਂਸਲ ਹੋ ਗਿਆ, ਰੀਫੰਡ ਪ੍ਰੋਸੈਸ ਕਰ ਦਿਓ। UK ਦਾ ਇਹ ਨਹੀਂ ਪਤਾ ਕਿ ਯੂਨੀਵਰਸਿਟੀ ਦਾ ਇੰਟਰਵਿਊ ਆਉਣਾ ਨਹੀਂ ਆਉਣਾ, 50-50 ਚਾਂਸਿਸ ਹੈ। ਬਟ ਹਾਈ ਕਮਿਸ਼ਨ ਤੋਂ ਵੀ ਜ਼ਿਆਦਾ ਵੱਡਾ 30-30, 35, 40, 45 ਮਿੰਟ ਦਾ ਇੰਟਰਵਿਊ ਯੂਨੀਵਰਸਿਟੀ ਵੱਲੋਂ ਕੰਡਕਟ ਕਰ ਦਿੱਤਾ ਜਾਂਦਾ ਜੀ। ਡਿਪੈਂਡ ਕਰਦਾ ਉਹਨਾਂ ਦੀ ਸਿਚੁਏਸ਼ਨ 'ਤੇ, ਡਿਪੈਂਡ ਕਰਦਾ ਉਹਨਾਂ ਦੀ ਡਿਮਾਂਡ ਦੇ ਉੱਪਰ, ਡਿਪੈਂਡ ਕਰਦਾ ਉਹਨਾਂ ਦੇ ਹਾਲਾਤ ਦੇ ਉੱਤੇ। ਇਹਨਾਂ ਸਾਰੀਆਂ ਚੀਜ਼ਾਂ ਦੇ ਚੱਲਦੇ ਬਹੁਤ ਸਾਰੇ ਐਸੇ ਵਿਦਿਆਰਥੀ, ਬਹੁਤ ਸਾਰੇ ਐਸੇ ਸਟੂਡੈਂਟ, ਬਹੁਤ ਸਾਰਾ ਐਸਾ ਬੱਚਾ ਜਿਹੜਾ ਕਿ ਜਨਵਰੀ ਇਨਟੇਕ ਲਈ ਅਪਲਾਈ ਕਰਕੇ ਸੁਪਨਾ ਸੀਗਾ ਉਹਨਾਂ ਦਾ ਕਿ ਜਨਵਰੀ ਦੇ ਵਿੱਚ ਪਹੁੰਚ ਜਾਏਗਾ UK, ਡਿਊ ਟੂ ਸਮ ਰੀਜ਼ਨਸ ਜਿਹੜੇ ਕਿ ਹੁਣੇ ਮੈਂ ਡਿਸਕਸ ਕੀਤੇ ਪਿਛਲੇ 1-2 ਮਿੰਟ ਦੇ ਅੰਦਰ ਨਹੀਂ ਜਾ ਸਕਿਆ। ਸਭ ਤੋਂ ਪਹਿਲਾਂ ਤਾਂ ਫੈਬਰਰੀ ਔਰ ਮਾਰਚ ਇਨਟੇਕ ਲਈ ਸਟਿਲ options, limited options हैं। ये चीज़ मैं ज़रूर कहना चाहूँगा कि limited options are available for those students those are willing to go to UK। ਉਹਨਾਂ ਦਾ ਸਭ ਤੋਂ ਵੱਡਾ ਇੱਕ ਗੱਲ ਇਹ ਹੈ ਕਿ ਜਿਹੜੇ ਕਿ ਸਪੈਸ਼ਲੀ ਖਾਸ ਤੌਰ ਤੇ ਜਿਹੜੇ ਪੋਸਟ ਗ੍ਰੈਜੂਏਸ਼ਨ ਲਈ ਜਾਣਾ ਚਾਹੁੰਦੇ ਹੈ, ਬੈਚਲਰ ਡਿਗਰੀ ਆਲਰੇਡੀ ਹਰਿਆਣਾ, ਪੰਜਾਬ ਤੋਂ ਜਾਂ ਦਿੱਲੀ ਤੋਂ ਕਿਤੋਂ ਵੀ ਕੀਤੀ ਹੋਈ ਹੈ ਔਰ ਮਾਸਟਰਸ ਲਈ ਅਪਲਾਈ ਕਰਨਾ ਚਾਹੁੰਦੇ ਹੈ, ਆਇਲਸ ਨਹੀਂ ਕੀਤੀ, ਨਹੀਂ ਕਰਨਾ ਚਾਹੁੰਦੇ ਜਾਂ ਸਕੋਰ ਘੱਟ ਹੈ, ਉਹਨਾਂ ਦਾ ਕ੍ਰੈਡੀਬਿਲਿਟੀ ਇੰਟਰਵਿਊ ਬੇਸ ਦੇ ਉੱਪਰ ਸਾਡੇ ਕੋਲ ਹਾਲੇ ਵੀ ਆਪਸ਼ਨਸ ਅਵੇਲੇਬਲ ਆ। ਔਰ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਸਪੈਸ਼ਲਿਟੀ ਵਿਸ਼ਵਾਸ ਇੰਟਰਨੈਸ਼ਨਲ ਦੀ ਹੈ, ਇਹ ਚੀਜ਼ ਇਸ ਮੰਚ 'ਤੇ ਮੈਂ ਅਕਸਰ ਬੋਲਣਾ ਕਿ ਅੱਜ ਵੀ ਮੈਂ ਉਹ ਗੱਲ ਆਪਣੀ ਦੁਹਰਾਉਣਾ ਚਾਹੁੰਦਾ ਕਿ ਸਪੋਜ਼ ਸਟੂਡੈਂਟ ਨੂੰ ਆਫਰ ਲੈਟਰ ਮਿਲ ਗਈ ਜੀ ਔਰ ਫੀਸ ਭਰਨ ਤੋਂ ਬਾਅਦ ਉਹਦਾ ਕਿਸੇ ਵੀ ਰੀਜ਼ਨ ਕਰਕੇ ਕੈਸ਼ ਨਹੀਂ ਆਇਆ, ਵਿਚ ਇਜ਼ ਅ ਨਾਰਮਲ ਥਿੰਗ, ਬੜੀ ਕਾਮਨ ਪ੍ਰੈਕਟਿਸ ਹੈ ਜੇ UK ਦੇ ਹਰ ਸਟੂਡੈਂਟ ਨੂੰ ਵੀ ਇਹ ਚੀਜ਼ ਪਤਾ,
ਹਰ ਕੰਸਲਟੈਂਟ ਨੂੰ, ਏਜੰਟ ਨੂੰ ਤਾਂ ਡੈਫੀਨੇਟਲੀ ਪਤਾ ਹੀ ਪਤਾ। ਬੱਚੇ ਦਾ ਕੀ ਹੁੰਦਾ ਹੈ, ਮੋਰ ਦੈਨ 90% ਕੇਸਿਸ ਦੇ ਵਿੱਚ ਫੰਡ ਜਿਹੜੇ ਆ ਮਾਰਕੀਟ 'ਚੋਂ ਅਰੇਂਜ ਕਰਾਏ ਹੁੰਦੇ ਆ, ਫਰੈਂਕਲੀ ਸਪੀਕਿੰਗ। ਭਾਵੇਂ ਉਹ ਏਜੰਟ ਦੇ ਥਰੂ ਕਰਾਏ ਆ, ਤੁਸੀਂ ਕੰਸਲਟੈਂਟ ਦੇ ਥਰੂ ਕਰਾਏ ਆ, ਫਾਈਨੈਂਸਰ ਦੇ ਨਾਲ ਡਾਇਰੈਕਟ ਥਰੂ ਲਿੱਤੇ ਆ, ਆੜਤੀ ਕੋਲੋਂ ਚੁੱਕੇ ਆ, ਰਿਸ਼ਤੇਦਾਰ ਕੋਲੋਂ ਲਿੱਤੇ ਆ। ਔਨ ਪ੍ਰੈਕਟੀਕਲ ਗਰਾਊਂਡ ਕੋਈ 2-4 ਲੱਖ ਰੁਪਏ ਦੀ ਮਦਦ ਵੀ ਵੈਸੇ ਤਾਂ ਨਹੀਂ ਕਰਦਾ, ਬਟ ਕੋਈ ਤੁਹਾਡਾ ਕਲੋਜ਼ ਰਿਲੇਟਿਵ ਹੋਏਗਾ, ਇੰਨੇ ਹੈਲਪ ਕਰ ਦੂਗਾ। ਕਿਉਂਕਿ ਬੱਚੇ ਦਾ ਨਾ ਦੇਖੋ, ਇੱਕ ਮਿਡਲ ਕਲਾਸ ਜਾਂ ਹਾਇਰ ਮਿਡਲ ਕਲਾਸ ਫੈਮਿਲੀ ਤੋਂ ਬੱਚੇ ਦਾ ਜਿਹੜਾ ਸੁਪਨਾ, ਉਹ ਜਾ ਕੇ ਸੈਟਲ ਹੋਣਾ, ਉਹਨੇ ਕੰਮ ਕਰਨਾ, ਉਹਦਾ ਇੱਕ ਬਜਟ ਹੈ। ਉਹਦਾ ਬਜਟ ਬਣ ਕੇ ਚੱਲੋਗੇ 9-10, 10.5 ਲੱਖ ਰੁਪਏ ਦਾ ਯੂਨੀਵਰਸਿਟੀ ਦੀ ਫੀਸ, ਹਾਈ ਕਮਿਸ਼ਨ ਦੀ ਫੀਸ, ਇੰਸ਼ੋਰੈਂਸ ਦੇ ਪੈਸੇ, ਮਿਸਲੇਨੀਅਸ, ਕੰਸਲਟੈਂਸੀ ਚਾਰਜਸ ਕੰਪਨੀ ਦੇ, ਉਹ ਇੱਕ ਉਹਨਾਂ ਇੱਕ ਬਜਟ ਬਣਾਇਆ ਹੁੰਦਾ। ਉਹ ਬਜਟ ਤੋਂ ਬਾਹਰ ਕਦੋਂ ਜਾਂਦਾ, ਜਦੋਂ ਯੂਨੀਵਰਸਿਟੀ ਐਜ਼ ਪਰ ਰਿਕੁਆਇਰਮੈਂਟ ਕਹਿੰਦੀ ਜੀ ਤੁਸੀਂ 19-20 ਲੱਖ ਰੁਪਏ ਦੇ ਫੰਡ ਵੀ ਸ਼ੋਅ ਕਰੋ ਜੀ। ਹੁਣ ਉਹ 30-32 ਲੱਖ ਰੁਪਇਆ ਵਾਈਟ ਮਨੀ ਸ਼ੋਅ ਕਰਨਾ ਇਜ਼ ਕੁਆਇਟ ਡਿਫਿਕਲਟ ਫॉर ਐਵਰੀ ਸਟੂਡੈਂਟ, ਪੇਰੈਂਟਸ ਲਈ। ਮੈਂ ਇੱਕ ਵਿਰਾਮ ਲਾਉਂਗਾ ਤੁਹਾਨੂੰ। ਆਪਾਂ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਕੰਸਲਟੈਂਸੀ ਦੀ, ਚੰਗੇ ਕੰਸਲਟੈਂਟਸ ਦੀ, ਚੰਗੇ ਕੋਰਸ ਦੀ, ਚੰਗੇ ਪ੍ਰੋਵਿੰਸ ਦੀਆਂ ਗੱਲਾਂ ਕਰਦੇ ਹਾਂ। ਤੁਹਾਨੂੰ ਨਹੀਂ ਲੱਗਦਾ ਕਿ ਅੱਜ ਬੱਚਾ ਇੱਕ ਛੋਟੀ ਜਿਹੀ ਗੱਲੋਂ ਮਾਰ ਖਾ ਜਾਂਦਾ ਹੈ ਕਿ ਜੇ ਉਹਨੇ +1 'ਚ ਹੈ, +2 ਤੋਂ ਬਾਅਦ ਜਾਣਾ, 1 ਸਾਲ ਪਹਿਲਾਂ ਜਾਂ 6 ਮਹੀਨੇ ਪਹਿਲਾਂ ਕੰਸਲਟੈਂਸੀ ਲੈ ਲੇ, ਤਾਂ ਆਪਣੇ ਸਾਰੇ ਫੰਡ, ਸਾਰੇ ਡਾਕੂਮੈਂਟ, ਸਾਰੀਆਂ ਚੀਜ਼ਾਂ ਵੈਲ ਮੇਨਟੇਨ ਕਰ ਸਕਦਾ ਹੈ। ਇਹ ਹੈ ਕਿ ਜਦੋਂ ਅਸੀਂ ਮੌਕੇ 'ਤੇ ਜਾਂਦੇ ਹਾਂ ਤਾਂ ਕੁਝ ਵੀ ਸਾਡੇ ਹੱਥ 'ਚ ਨਹੀਂ ਹੁੰਦਾ, ਤਾਂ ਸਾਨੂੰ ਇਸ ਤਰ੍ਹਾਂ ਦੇ ਕੰਮ ਕਰਨੇ ਪੈਂਦੇ। ਐਕਚੁਅਲੀ ਪਤਾ ਕੀ ਹੈ ਰਣਬੀਰ ਭਾਜੀ, ਹੁੰਦਾ ਕੀ ਹੈ, ਹੁਣ ਜਿਹੜਾ ਇਹ ਆਪਣਾ ਜਿਹੜਾ ਸ਼ੋਅ ਚੱਲ ਰਿਹਾ ਜਾਂ ਐਡਵਰਟੀਜ਼ਮੈਂਟ ਚੱਲ ਰਹੀ ਹੈ, ਇਹ ਹਿਊਮਨ ਨੇਚਰ ਹੈ। ਜੇਕਰ ਮੈਂ ਦੀਵਾਲੀ 'ਤੇ ਕਾਰ ਲੈਣੀ ਹੈ ਤਾਂ ਮੈਂ ਦੀਵਾਲੀ ਤੋਂ 4 ਦਿਨ ਪਹਿਲਾਂ, ਜਾਂ ਕੋਈ ਹੁਣ ਮੈਂ ਨਵੇਂ ਸਾਲ 'ਤੇ ਲੋਕਾਂ ਨੇ ਨਵੀਂ ਗੱਡੀ ਖਰੀਦਣੀ ਹੈ ਜਾਂ ਕੁਝ ਸਪੈਸ਼ਲ ਆਫਰ ਲੱਗਣਗੀਆਂ, ਤੇ ਉਹ ਹਫ਼ਤਾ 10 ਦਿਨ ਪਹਿਲਾਂ ਪ੍ਰੈਕਟਿਸ ਸ਼ੁਰੂ ਕਰਦਾ ਜੀ। ਇਹ ਤੁਹਾਡੀ ਗੱਲ ਬਹੁਤ ਸਿਆਣੀ ਹੈ, ਬਟ ਅਨਫੋਰਚੂਨੇਟਲੀ ਇਸ ਗੱਲ 'ਤੇ ਅਗਰ ਬੱਚਾ ਅਮਲ ਕਰੇ, ਪੇਰੈਂਟਸ ਅਮਲ ਕਰਨ, 12ਵੀਂ ਦੇ ਜਦੋਂ ਪੇਪਰ ਦਿੱਤੇ ਆ, ਆਇਲਸ ਪਲਾਨ ਕੀਤੀ ਹੋਵੇ ਜਾਂ ਕਰ ਲਏ, ਫੰਡਿੰਗ ਹੈ, ਇਨਕਮ ਪ੍ਰੂਫ ਹੈ। ਹੁਣ ਫੋਰ ਐਗਜ਼ਾਮਪਲ ਬਹੁਤ ਸਾਰੇ ਸਟੂਡੈਂਟ ਇੱਦਾਂ ਦੇ ਆ ਜਿਨ੍ਹਾਂ ਨੇ ਆਸਟ੍ਰੇਲੀਆ ਅਪਲਾਈ ਕਰਨਾ, ਉਹਨਾਂ ਨੂੰ ਦੀ ਮੈਂ ਵਿੱਚੋਂ ਇਸੇ ਗੱਲ 'ਤੇ ਗੱਲ ਕਰਨਾ ਕਿ ਵੀ 31 ਮਾਰਚ ਆਉਣ ਵਾਲੀ ਹੈ, ਵਿਚ ਵਿਲ ਬੀ ਦਾ ਐਂਡ ਆਫ ਫਾਈਨੈਂਸ਼ੀਅਲ ਈਅਰ। ਉਸ ਤੋਂ ਪਹਿਲਾਂ ਤੁਹਾਨੂੰ ਮੈਂ ਐਡਵਾਈਸ ਕਰਦਾ ਕਿ ਆਪਣੀ ਇੱਕ ਰਿਟਰਨ ਜਿਹੜੀ ਹੈ ਭਰ ਦਿਓ, ਤਾਂ ਕਿ ਜਦੋਂ ਤੁਸੀਂ ਮੇ ਇਨਟੇਕ ਲਈ ਅਪਲਾਈ ਕਰਨਾ, ਐਟਲੀਸਟ ਤੁਹਾਡੇ ਕੋਲ 2 ਰਿਟਰਨ ਤੁਹਾਡੇ ਕੋਲ ਹੋਣੀ ਹੈ। ਅਤੇ ਉਹ ਚੀਜ਼ਾਂ ਪ੍ਰੈਕਟੀਕਲੀ, ਬਟ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਫੈਬਰਰੀ ਮਾਰਚ ਇਨਟੇਕ ਲਈ ਵਿਦਾਊਟ ਆਇਲਸ ਗੈਪ ਐਕਸੈਪਟੇਬਲ ਹੈ। ਤੁਸੀਂ ਪੇਮੈਂਟ ਆਫਟਰ ਵੀਜ਼ਾ ਦੇਣਾ ਚਾਹੁੰਦੇ ਹੋ ਜਾਂ ਸਟੈਪ ਬਾਈ ਸਟੈਪ ਕਰਨਾ ਚਾਹੁੰਦੇ ਹੋ, ਦੋਨੋਂ ਪ੍ਰੋਸੀਜਰ ਅਡੋਪਟ ਕਰ ਸਕਦੇ ਹੋ ਤੁਸੀਂ। ਆਪਸ਼ਨਸ ਆਰ ਅਵੇਲੇਬਲ ਵਿਦ ਅਸ। UK ਤੁਸੀਂ ਫੈਬਰਰੀ ਮਾਰਚ ਕਰ ਸਕਦੇ ਹੋ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਮੇ ਇਨਟੇਕ ਜਾਂ ਅਪ੍ਰੈਲ ਇਨਟੇਕ। ਜਿਹੜੇ ਆਸਟ੍ਰੇਲੀਆ ਦੀ ਗੱਲ ਕਰੀਏ, ਆਸਟ੍ਰੇਲੀਆ ਦੇ ਅਸੈਸਮੈਂਟ ਲੈਵਲ 1 ਦੇ ਕਾਲਜ ਯੂਨੀਵਰਸਿਟੀਜ਼ ਦੇ ਕੋਲ ਮਲਟੀਪਲ ਇਨਟੇਕ ਹੈ, ਉਹ ਵੀ ਤੁਸੀਂ ਫੈਬਰਰੀ ਮਾਰਚ ਕਰ ਸਕਦੇ ਹੋ। ਔਰ ਬਹੁਤ ਹਾਰ ਦਾ ਪ੍ਰੈਫਰੇਬਲ ਡੈਸਟੀਨੇਸ਼ਨ ਆਫ ਪੰਜਾਬੀ ਸਟੂਡੈਂਟਸ। ਤਾਂ ਦੋਨੋਂ ਵਧੀਆ ਕੰਟਰੀ ਹੈ। ਆਸਟ੍ਰੇਲੀਆ ਹੁਣੇ ਰੀਸੈਂਟਲੀ ਓਪਨ ਹੋਇਆ, ਬਾਰਡਰ ਖੁੱਲ੍ਹ ਗਏ ਹੈ। ਜਿਹੜੇ ਪੁਰਾਣੇ ਬੱਚਿਆਂ ਦੇ ਵੀਜ਼ੇ ਆਏ ਸੀ, ਉਹ 90% ਬੱਚਾ ਪਹੁੰਚ ਚੁੱਕਿਆ ਹੈ। 5-10% ਬੱਚੇ ਨੇ ਫਲਾਈਟਸ ਲਿੱਤੀਆਂ ਹੋਈਆਂ ਆਪਣੇ, ਉਹ ਵੀ 5-7-10 ਦਿਨਾਂ ਤੱਕ ਉੱਥੇ ਸੁੱਖ ਸ਼ਾਂਤੀ ਨਾਲ ਪਹੁੰਚ ਜਾਣਗੇ, ਵਾਹਿਗੁਰੂ ਕਰਨਗੇ ਤਾਂ। ਬਾਕੀ ਇਹ 2 ਕੰਟਰੀ ਹੈ ਜਿਨ੍ਹਾਂ ਦੇ ਲਈ ਤੁਸੀਂ ਇੰਸਟੈਂਟ ਹਲੇ ਅਪਲਾਈ ਕਰ ਸਕਦੇ ਹੋ, ਔਰ ਦੋਨੋਂ ਦੇ ਦੋਨੋਂ ਕੰਟਰੀ ਵਧੀਆ। ਦੋਨੋਂ ਕੰਟਰੀ ਦੇ ਨਾਲ ਤੁਸੀਂ ਡਿਪੈਂਡੈਂਟ ਨੂੰ ਨਾਲ ਲੈ ਕੇ ਜਾ ਸਕਦੇ ਹੋ। ਦੋਨਾਂ ਦਾ ਸਕਸੈਸ ਰੇਟ ਅੱਛਾ ਹੈ, ਔਰ ਦੋਨੋਂ ਜਿਹੜੀ ਹੈ ਇੱਕ ਬਹੁਤ ਪਸੰਦੀਦਾ ਜਿਹੜਾ ਚੋਇਸ ਹੈ ਪੰਜਾਬੀਜ਼ ਦਾ ਰਹਿੰਦਾ ਜੀ। ਅੱਛਾ, ਆਪਾਂ ਗੱਲ ਕਰ ਰਹੇ ਹਾਂ UK ਦੀ, ਅਤੇ UK ਤੋਂ ਬਾਅਦ ਜਦੋਂ ਵਾਰੀ ਆਉਂਦੀ ਹੈ, ਕਿਉਂਕਿ ਕੈਨੇਡਾ ਵਿਦਿਆਰਥੀਆਂ ਲਈ ਇੱਕ ਮੁਸੀਬਤ ਇਹ ਬਣੀ ਹੋਈ ਹੈ ਕਿ ਐਪਲੀਕੇਸ਼ਨ ਬਹੁਤ ਸਾਰੀਆਂ ਸਟਕ ਹੋਈਆਂ ਔਰ ਸ਼ੁਰੂ ਤੋਂ ਖੁੱਲ੍ਹੀਆਂ। ਜਿਹਨੇ ਜਾਣਾ ਸੀ ਜਾਂ ਜਿਹਨੇ ਅੱਗੇ ਫਿਊਚਰ 'ਚ ਤਿਆਰੀ ਕਰਨੀ ਹੈ, ਉਹਨਾਂ ਵਾਸਤੇ ਇਹ ਖੁੱਲ੍ਹਾ ਹੀ ਸੀ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਬੜੀ ਇੰਤਜ਼ਾਰ, 1.5-2 ਸਾਲ ਕਿ ਮੈਂ ਤਾਂ ਆਸਟ੍ਰੇਲੀਆ ਹੀ ਜਾਣਾ ਜੀ, ਜਦੋਂ ਖੁੱਲ੍ਹੂਗਾ ਉਦੋਂ ਜਾਊਂਗਾ, ਫਲਾਈਟਾਂ ਅਨਾਊਂਸ ਹੋ ਜਾਂਦੀਆਂ, ਐਪਲੀਕੇਸ਼ਨ ਲੈਣੀਆਂ ਸ਼ੁਰੂ ਹੋ ਜਾਂਦੀਆਂ। ਸ਼ੁਰੂਆਤ ਇਨਟੇਕ ਤੋਂ ਕਰਾਂਗੇ। ਕਿਹੜਾ ਇਨਟੇਕ ਹੈਗਾ, +2 ਲਈ ਕੀ ਆਪਸ਼ਨਸ ਹੈ, ਗ੍ਰੈਜੂਏਸ਼ਨ ਲਈ ਕੀ ਆਪਸ਼ਨਸ ਹੈਗੀਆਂ, ਔਰ ਕੀ ਪਹਿਲਾਂ ਦੀ ਤਰ੍ਹਾਂ ਹੀ ਰੂਟੀਨ ਵਾਲੀਆਂ ਐਪਲੀਕੇਸ਼ਨ ਲਾ ਕੇ ਵੀਜ਼ੇ ਮਿਲਣਗੇ ਜਾਂ ਡਿਊ ਟੂ ਕੋਵਿਡ ਕੁਝ ਚੇਂਜਸ ਪਲਾਨ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਹੁਣੇ ਤੁਸੀਂ ਕੀਤੀ, ਉਹੀ ਗੱਲ ਆਪਾਂ ਅੱਜ ਤੋਂ 2-3 ਮਹੀਨੇ ਪਹਿਲੇ ਤੋਂ, ਜਾਂ ਉਸ ਤੋਂ ਵੀ 2-3 ਮਹੀਨੇ ਪਹਿਲੇ ਡਿਊਰਿੰਗ ਕੋਵਿਡ ਪੀਰੀਅਡ, ਜਦੋਂ ਬਾਰਡਰ ਕਲੋਜ਼ ਸੀਗੇ ਆਸਟ੍ਰੇਲੀਆ ਦੇ, ਅਸੀਂ ਇਸ ਮੰਚ ਦੇ ਥਰੂ ਲੋਕਾਂ ਨੂੰ ਬਹੁਤ ਮੈਸੇਜ ਕਨਵੇ ਕੀਤਾ ਕਿ ਆਪ ਦੇ ਵੀਜ਼ਾ ਅਪਲਾਈ ਕਰ ਦਿਓ। ਕਿਉਂਕਿ ਉਹ ਸਟੂਡੈਂਟ ਜਿਹੜਾ ਖਾਸ ਤੌਰ 'ਤੇ 19 ਪਾਸ ਆਊਟ ਸੀਗਾ, ਅੱਜ ਬਾਰਡਰ ਖੁੱਲ੍ਹਣ ਤੋਂ ਬਾਅਦ ਆਸਟ੍ਰੇਲੀਆ ਲਈ ਉਹਨੇ ਆਪਣੀ ਫਾਈਲ ਹੋਲਡ ਕੀਤੀ ਹੋਈ ਸੀ। ਕੈਨੇਡਾ ਨਹੀਂ ਗਿਆ, UK ਨਹੀਂ ਗਿਆ, ਯੂਰਪ ਨਹੀਂ ਗਿਆ, ਬਾਰਡਰਸ ਵਰ ਓਪਨਡ, ਬਟ ਹੁਣ ਉਹ ਆਸਟ੍ਰੇਲੀਆ ਲਈ ਐਲੀਜੀਬਲ ਨਹੀਂ ਹੈ ਕਿਉਂਕਿ 19 ਪਾਸ ਆਊਟ ਨੂੰ ਉਹਨਾਂ। ਤੁਸੀਂ ਗੱਲ ਕਰ ਰਹੇ ਹੋ ਮੁਕੇਸ਼ ਜੀ, ਬਿਲਕੁਲ ਵਾਪਰ ਰਿਹਾ। ਸਾਡਾ ਜਿਹੜਾ ਇੱਥੇ ਬੈਠੇ ਐਕਸਪਰਟ ਹੈ ਉਹੀ ਗੱਲ ਕਹਿ ਰਿਹਾ ਹੈ
ਕਿ ਜੀ ਬੜੀ ਹੈਰਾਨੀ ਦੀ ਗੱਲ ਹੈ ਕਿ 20 ਔਰ 21 ਹਲੇ ਵੀ ਆਸਟ੍ਰੇਲੀਆ ਦੀ ਗੱਲ ਨਹੀਂ ਕਰ ਰਿਹਾ, 18-19 ਸਾਨੂੰ ਅਪਰੋਚ ਕਰ ਰਿਹਾ ਹੈਗਾ। ਕਿਵੇਂ ਕਰੀਏ ਜੀ? ਉਹ ਆਪ ਦੁਬਿਧਾ ਦੇ ਵਿੱਚ ਨੇ ਇਸ ਚੀਜ਼ ਨੂੰ ਔਰ ਲੈ ਕੇ। ਕੱਲ ਨੂੰ ਇਹ 18-19 ਵਾਲੇ ਦੀ ਜਗ੍ਹਾ ਤੇ 20-21 ਵਾਲਾ ਵੀ ਖੜਿਆ ਹੋਏਗਾ। ਹਾਂ ਇਸ ਕਰਕੇ ਜਿਹੜੇ ਸਟੂਡੈਂਟਸ ਲਈ ਤੁਸੀਂ ਕਿਸੇ ਵੀ ਕੰਸਲਟੈਂਸੀ ਤੋਂ ਕਿਸੇ ਵੀ ਕਿਉਂਕਿ ਲੋਕਾਂ ਨੂੰ ਹੁਣ ਇੱਕ ਇਹ ਰੂਮਰ ਹੋ ਗਿਆ ਕਿ ਜੀ ਇੱਕ ਨਵਾਂ ਕੋਈ ਬਿਮਾਰੀ ਆ ਗਈ ਹੈ ਜੀ, ਤਾਂ ਹੁਣ ਹੋ ਸਕਦਾ ਬਾਰਡਰ ਦੁਬਾਰਾ ਕਲੋਜ਼ ਹੋ ਜਾਣ। ਸਰ ਜੀ ਅਗਰ ਬਾਰਡਰ ਕਲੋਜ਼ ਹੋਣਗੇ ਤਾਂ ਬਾਰਡਰ ਖੁੱਲਣਗੇ ਵੀ, ਠੀਕ ਹੈ। ਜੇ ਹਨੇਰਾ ਪਿਆ ਤੇ ਚਾਨਣ ਵੀ ਪਏਗਾ, ਕੋਈ ਐਸੀ ਦਿੱਕਤ ਵਾਲੀ ਗੱਲ ਨਹੀਂ ਹੈ। ਲਾਈਫ ਸਟਕ ਨਹੀਂ ਹੋ ਜਾਂਦੀ, ਕੰਟਰੀਜ਼ ਓਪਨ ਹੋਣੇ ਹੀ ਹੋਣੇ ਹੈ। ਲੇਕਿਨ ਅਗਰ ਤੁਸੀਂ 20 ਪਾਸ ਆਊਟ, ਖਾਸ ਤੌਰ 19 ਵਾਲੇ ਦਾ ਹੁਣ ਸਮਝੋ ਕਿ ਪੱਟੀ ਪੋਚਤੀ ਆਸਟ੍ਰੇਲੀਆ ਨੇ, ਦੇ ਆਰ ਨਾਟ ਟੇਕਿੰਗ ਫਾਈਲਸ ਆਫ 19 ਪਾਸ ਆਊਟ। ਹਾਂ, ਡਿਪਲੋਮਾ ਦੇ ਲੈਵਲ ਦੇ ਜਿਹੜੇ ਅਸੈਸਮੈਂਟ ਲੈਵਲ 2 ਦੇ ਛੋਟੇ ਮੋਟੇ ਕਾਲਜਿਸ ਹਨ ਜਿਨ੍ਹਾਂ ਦਾ ਵੀਜ਼ਾ ਸਕਸੈਸ ਰੇਟ ਆਲਮੋਸਟ ਨਾ ਦੇ ਬਰਾਬਰ ਹੈ, ਉੱਥੇ ਤੁਸੀਂ ਆਪ ਦੇ ਪੈਸੇ ਖਰਾਬ ਕਰਨ ਵਾਲੀ ਗੱਲ ਹੈ ਜਾਂ ਤੁੱਕਾ ਲਾਉਣ ਵਾਲੀ ਗੱਲ ਹੈ ਜਾਂ ਚਾਂਸ ਲੈਣ ਵਾਲੀ ਗੱਲ ਹੈ, ਦੈਟ ਇਜ਼ ਅ ਡਿਫਰੈਂਟ ਪਾਰਟ ਆਫ ਸਟੋਰੀ। ਅਦਰਵਾਈਜ਼ ਫਿਲਹਾਲ ਦੀ ਘੜੀ ਅੱਜ ਦੀ ਮੂਵਮੈਂਟ 'ਚ ਜੇ ਤੁਸੀਂ 2020 'ਚ ਪਾਸ ਆਊਟ ਕੀਤੀ ਹੈ ਆਪਣੀ 12th, ਗ੍ਰੈਜੂਏਟ ਸਟੂਡੈਂਟ ਦੀ ਕੋਈ ਪ੍ਰੋਬਲਮ ਨਹੀਂ ਹੈ, ਚਾਹੇ 5 ਸਾਲ ਪਹਿਲਾਂ ਵੀ ਕੀਤੀ ਹੈ। ਬਟ ਅਗਰ 12th ਤੁਸੀਂ 2020 'ਚ ਪਾਸ ਆਊਟ ਕੀਤੀ ਹੈ ਤਾਂ ਤੁਹਾਡੇ ਲਈ ਮਾਰਚ ਅਪ੍ਰੈਲ ਇਨਟੇਕ ਤੁਹਾਡਾ ਅੱਜ ਵੀ ਸਵਾਗਤ ਕਰ ਰਿਹਾ। ਇਮੀਡੀਏਟ ਆਪਣੀ ਆਫਰ ਲੈਟਰ ਪ੍ਰੋਸੈਸ ਕਰੋ, ਜਿਹੜੇ ਵੀ ਕੰਸਲਟੈਂਟ ਤੋਂ, ਜਿਹੜੀ ਵੀ ਏਜੰਸੀ ਤੋਂ, ਜਿਹੜੇ ਵੀ ਤੁਸੀਂ ਆਪਣੇ ਏਜੰਟ ਤੋਂ, ਕਿਸੇ ਵੀ ਦੇ ਵੀ ਥਰੂ ਆਪਣੀ ਪ੍ਰੋਸੈਸਿੰਗ ਕਰਨੀ ਹੈ ਕਰੋ, ਕਿਉਂਕਿ GT ਨੂੰ ਵੀ ਪ੍ਰੋਸੈਸ ਦਾ ਟਾਈਮ ਲੱਗਦਾ, ਫੰਡਿੰਗ ਨੂੰ ਅਪਰੂਵਲ ਨੂੰ ਟਾਈਮ ਲੱਗਦਾ ਹੈ, COE ਆਉਣ 'ਚ ਟਾਈਮ ਲੱਗਦਾ, ਹਾਈ ਕਮਿਸ਼ਨ ਵੀ 15-20 ਦਿਨ ਤੋਂ ਮਹੀਨੇ ਦਾ ਟਾਈਮ ਲੈਂਦਾ। ਇਸ ਤੋਂ ਪਹਿਲੇ ਕਿ 2020 ਪਾਸ ਆਊਟ ਐਪਲੀਕੇਸ਼ਨ ਔਰ ਕਈ ਯੂਨੀਵਰਸਿਟੀਜ਼ ਨੇ ਆਲਰੇਡੀ ਮਨਾ ਕਰ ਦਿੱਤੀਆਂ ਜੀ, ਠੀਕ ਹੈ। ਤੇ 21 ਪਾਸ ਆਊਟ ਨੂੰ ਵੀ ਮੈਂ ਸੇਮ ਚੀਜ਼ ਇਹੀ ਐਡਵਾਈਜ਼ ਕਰਾਂਗਾ ਕਿ ਅੱਜ ਜੇਕਰ ਤੁਸੀਂ ਆਸਟ੍ਰੇਲੀਆ ਦਾ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਦਿਸ ਇਜ਼ ਦਾ ਰਾਈਟ ਟਾਈਮ ਟੂ ਨੋਕ ਦਾ ਡੋਰ। ਤੁਸੀਂ ਆਪਣੀ ਫਾਈਲ ਨੂੰ ਅਸੈਸ ਕਰਵਾਓ, 2-4-5 ਜਗ੍ਹਾ ਆਪਣੇ ਕੰਸਲਟੈਂਟਸ ਨੂੰ ਵਿਜ਼ਿਟ ਕਰੋ, ਜਿੱਥੇ ਤੁਹਾਡੀ ਸੈਟਿਸਫੈਕਸ਼ਨ ਹੋਏ, ਜਿੱਥੇ ਤੁਹਾਡਾ ਸੈਟਿਸਫੈਕਸ਼ਨ ਲੈਵਲ ਅਚੀਵ ਕਰਦਾ ਤੁਹਾਡਾ ਕੰਸਲਟੈਂਟ, ਤੁਹਾਨੂੰ ਲੱਗਦਾ ਸਰਵਿਸਿਜ਼ ਆਰ ਗੁੱਡ, ਤੁਹਾਨੂੰ ਲੱਗਦਾ ਸਕਸੈਸ ਰੇਟ ਇਜ਼ ਗੁੱਡ, ਤੁਹਾਨੂੰ ਲੱਗਦਾ ਕਿ ਤੁਹਾਡੇ ਕੰਸਲਟੈਂਟ ਕੋਲ ਕੁਝ ਅੱਲੇ ਪੱਲੇ ਹੈਗਾ ਐਂਡ ਹੀ ਔਰ ਸ਼ੀ ਕੈਨ ਗੈਟ ਯੂਰ ਵੀਜ਼ਾ, ਹੈਲਪ ਕਰ ਸਕਦਾ, ਤੇ ਡੈਫੀਨੇਟਲੀ ਸਟਾਰਟ ਯੂਰ ਪ੍ਰੋਸੈਸ ਐਜ਼ ਸੂਨ ਐਜ਼ ਪੋਸੀਬਲ, ਸਪੈਸ਼ਲੀ ਫॉर ਆਸਟ੍ਰੇਲੀਆ। ਜੇ ਆਸਟ੍ਰੇਲੀਆ ਦੀ ਆਪਾਂ ਇਸ ਵਕਤ ਗੱਲ ਕਰੀਏ, ਵਿਦਿਆਰਥੀਆਂ ਦੇ ਮਨਾਂ 'ਚ ਇੱਕ ਬੜਾ ਡਰ ਹੈਗਾ ਹੈ ਕਿ ਅਪਲਾਈ ਕਰ ਦਈਏ, ਫਲਾਈਟਾਂ ਬੰਦ ਨਾ ਹੋ ਜਾਣ, ਮੈਂ ਇੱਥੇ ਤਾਂ ਨਹੀਂ ਫਸ ਜਾਊਂਗਾ। ਕੈਨੇਡਾ ਵਾਂਗੂ ਕੀ ਆਪਸ਼ਨ ਦੇ ਰਿਹਾ ਨਾਲ ਉਹ ਕਿ ਬੱਚਾ ਆਨਲਾਈਨ ਪੜ੍ਹ ਪਾਏਗਾ, ਜਾ ਪਾਏਗਾ? ਇਹ ਕਿਸ ਤਰ੍ਹਾਂ ਦਾ ਮਾਹੌਲ ਹੋਣਾ ਹੈ ਬਾਈ ਦੇ ਵਿੱਚ? ਦੋ ਗੱਲਾਂ। ਪਹਿਲੀ ਗੱਲ, ਜੇਕਰ ਸਟੂਡੈਂਟ ਨੇ ਆਸਟ੍ਰੇਲੀਆ ਅਪਲਾਈ ਕਰਨਾ ਜੀ ਤੇ ਉਹਨੂੰ ਅੱਜ ਹੀ ਅਪਲਾਈ ਕਰਨਾ ਚਾਹੀਦਾ, ਕਿਉਂਕਿ ਉਸ ਤੋਂ ਬਾਅਦ ਅਗਰ ਗੈਪ ਪੈ ਜਾਏਗਾ, ਬਾਰਡਰ ਖੁੱਲੇ ਜਾਂ ਨਾ ਖੁੱਲੇ, ਤੁਸੀਂ ਐਲੀਜੀਬਲ ਨਹੀਂ ਹੋਗੇ। ਬੜੀ ਕੌੜੀ ਪਰ ਸੱਚੀ ਗੱਲ ਹੈ ਕਿ ਜੇ ਅਗਰ ਮੰਨ ਲਓ ਕਿ ਅੱਜ ਤੋਂ ਦੁਬਾਰਾ ਬਾਰਡਰ ਸੀਲਡ ਹੋ ਜਾਂਦੇ ਆ ਔਰ 5 ਮਹੀਨੇ ਜਾਂ 4 ਮਹੀਨੇ ਬਾਅਦ ਖੁੱਲਦੇ ਆ, ਇਨਟੇਕ ਸੈਪਟੈਂਬਰ ਦਾ ਵੀ ਨਿਕਲ ਜਾਏਗਾ, ਤੁਹਾਡਾ ਸਾਲ 1.5 ਸਾਲ ਤੋਂ ਵੱਧ ਦਾ ਗੈਪ ਹੋਇਆ ਨਹੀਂ ਕਿ ਆਸਟ੍ਰੇਲੀਆ ਨੇ ਤੁਹਾਨੂੰ ਨॉन ਐਲੀਜੀਬਲ ਕਰਕੇ ਐਕਸੈਪਟੇਸ਼ਨ ਨਹੀਂ ਆਉਣੀ, ਤੁਹਾਡੀ ਆਫਰ ਲੈਟਰਸ ਨਹੀਂ ਆਉਣੀਆਂ, ਠੀਕ ਹੈ। ਔਨ ਅਦਰ ਸਾਈਡ, ਅਗਰ ਆਸਟ੍ਰੇਲੀਆ ਤੁਹਾਨੂੰ ਵੀਜ਼ਾ ਦਿੰਦਾ ਔਰ ਰੱਬ ਨਾ ਕਰੇ ਕੱਲ ਨੂੰ ਫਲਾਈਟਸ ਜਾਂ ਬਾਰਡਰਸ ਦੁਬਾਰਾ ਤੋਂ ਬੰਦ ਹੁੰਦੇ ਔਰ ਤੁਹਾਨੂੰ ਆਨਲਾਈਨ ਕਲਾਸਿਸ ਲੈਣੀਆਂ ਪੈਂਦੀਆਂ ਜੀ, ਕੁਛ ਇੱਕ ਯੂਨੀਵਰਸਿਟੀਜ਼ ਕਾਲਜਿਸ ਅੱਜ ਵੀ ਸਾਡੇ ਕੋਲ ਇਹਨਾਂ ਦਾ ਜਿਨ੍ਹਾਂ ਦਾ ਸਾਡੇ ਨਾਲ ਰਿਟਨ ਐਗਰੀਮੈਂਟ ਹੈ ਕਿ ਉਹ ਤੁਹਾਨੂੰ ਡੈਫਰਮੈਂਟ ਇੱਕ ਜਾਂ 2 ਇਨਟੇਕ ਦੀ ਡੈਫੀਨੇਟਲੀ ਦੇਣਗੇ। ਉਹਦਾ ਵਧੀਆ ਤਰੀਕਾ ਇਹ ਹੈ ਕਿ ਅਸੀਂ ਰਿਕਮੈਂਡ ਕਰਦੇ ਹਾਂ ਸਟੂਡੈਂਟ ਨੂੰ ਕਿ ਇੱਕ ਸਮੈਸਟਰ ਦੇ ਅੰਦਰ ਤੁਹਾਡੇ 4 ਮੋਡਿਊਲ ਹੈ, ਠੀਕ ਹੈ। ਅਸੀਂ ਉਹਨੂੰ ਕਹਿੰਦੇ ਹਾਂ ਕਿ 2 ਮੋਡਿਊਲ ਤੁਸੀਂ ਇੱਕ ਵਾਰੀ ਰਜਿਸਟ੍ਰੇਸ਼ਨ ਕਰਵਾ ਕੇ ਤਾਂ ਕਿ ਤੁਸੀਂ ਬੋਨਾਫਾਈਡ ਸਟੂਡੈਂਟ ਲੱਗੋ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ। ਔਰ ਇਨ ਬਿਟਵੀਨ ਜੇਕਰ ਤੁਹਾਡਾ ਇਨਟੇਕ ਸ਼ੁਰੂ ਹੋ ਜਾਂਦਾ, ਆਨਲਾਈਨ ਕਲਾਸਿਸ 'ਚ 2 ਮੋਡਿਊਲ ਕਵਰ ਕਰ ਚੁੱਕੇ ਹੋ ਔਰ ਸਟਿਲ ਫਲਾਈਟਸ ਨਹੀਂ ਖੁੱਲਦੀਆਂ, ਜੋ ਕਿ ਹਲੇ ਫਿਲਹਾਲ ਖੁੱਲੀਆਂ ਹੋਈਆਂ, ਅਗਰ ਉਹ ਇੱਕ ਆਪਾਂ ਇਮੇਜਿਨ ਕਰ ਰਹੇ ਹਾਂ ਕਿ ਵੀ ਅਗਰ ਨਹੀਂ ਖੁੱਲਦੀਆਂ ਵਰਸਟ ਕੇਸ ਸਿਨੈਰੀਓ ਦੇ ਅੰਦਰ, ਤਾਂ ਤੁਸੀਂ ਡੈਫਰਮੈਂਟ ਲੈ ਸਕਦੇ ਹੋ, ਠੀਕ ਹੈ। ਐਂਡ ਆਫ ਦਾ ਡੇ ਪ੍ਰੋਬਲਮ ਉਹੀ ਆਉਂਦੀ ਹੈ ਅਗਰ ਇਮੀਗ੍ਰੇਸ਼ਨ ਨੂੰ ਕਹੋ ਕਿ ਜੀ ਤੁਸੀਂ ਕੰਟੀਨਿਊਸਲੀ ਰਜਿਸਟ੍ਰੇਸ਼ਨ ਵੀ ਨਹੀਂ ਕਰਾਈ, ਇੱਕ ਮੋਡਿਊਲ ਵੀ ਨਹੀਂ ਪੜ੍ਹਿਆ ਔਰ 3 ਵਾਰ ਤੁਸੀਂ ਐਕਸਟੈਂਸ਼ਨ ਜਾਂ ਡੈਫਰਮੈਂਟ ਲੈ ਲਈ, ਤਾਂ ਯੂ ਸੀਮਸ ਨਾਨ ਜੈਨੂਇਨ ਸਟੂਡੈਂਟਸ। ਤੁਸੀਂ ਆਸਟ੍ਰੇਲੀਆ ਪੜ੍ਹਾਈ ਨਹੀਂ ਜੇ ਕਰਨਾ ਚਾਹੁੰਦੇ, ਫਿਰ ਉਹਨਾਂ ਨੂੰ ਸਾਫ਼ ਨਜ਼ਰ ਆਉਂਦਾ ਕਿ ਤੁਸੀਂ ਆਸਟ੍ਰੇਲੀਆ ਐਂਟਰੀ ਕਰਨਾ ਚਾਹੁੰਦੇ ਹੋ ਜੀ। ਕਿਉਂਕਿ ਜੀ ਜਨਵਰੀ, ਫਰਵਰੀ, ਮਾਰਚ, ਅਪ੍ਰੈਲ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹਨੂੰ ਜੋੜ ਕੇ ਕਲੱਬ ਕਰ ਰਹੇ ਹੋ ਤੁਸੀਂ, ਆਸਟ੍ਰੇਲੀਆ ਦੀਆਂ ਗੱਲਾਂ ਬਹੁਤ ਸੋਹਣੀਆਂ ਦੱਸ ਰਹੇ ਹੋ ਇਸ ਵਕਤ। ਇੱਕ ਤੁਸੀਂ ਗੱਲ ਕਹੀ ਕਿ ਅੱਜ ਹੀ ਜਾਣਾ ਪਏਗਾ। ਮੈਂ ਤੁਹਾਡੇ ਤੋਂ ਜ਼ਿਆਦਾ ਕਹਾਲ ਪਾਉਣ ਵਾਲਾ, ਤੇਜ਼ੀ ਕਰਾਉਣ ਵਾਲਾ, ਉਕਸਾਉਣ ਵਾਲਾ ਬੰਦਾ ਜਿਨ੍ਹਾਂ ਨੇ ਜਾਣਾ, ਮੈਂ ਨਾਲੇ ਵਰਡ ਵੀ ਯੂਜ਼ ਕਰਦਾ, ਕਿਉਂਕਿ ਫਾਈਨਾਂਸ ਦੀ ਆਪਾਂ ਗੱਲ ਕਰ ਲਈ, ਲੇਟ ਲਤੀਫੀ ਦੀ ਗੱਲ ਕਰ ਲਈ, ਔਰ ਮੈਨੂੰ ਲੱਗਦਾ ਕਿ ਜਿਹੜਾ ਆਸਟ੍ਰੇਲੀਆ ਦਾ ਇੱਕ ਪ੍ਰੋਸੈਸ ਹੈ ਉਹ ਆਫਰ ਲੈਟਰ ਦਾ ਆਉਣਾ, GT ਦਾ ਕਲੀਅਰ ਕਰਨਾ, ਫੀਸਾਂ ਭਰਨਾ, ਟਾਈਮ ਟੇਕਿੰਗ ਪ੍ਰੋਸੈਸ, ਇੱਕ ਕਾਹਲੀ ਨਹੀਂ ਕਰ ਸਕਦੇ। ਹਾਂ, ਇਹ ਨਹੀਂ ਹੈ ਕਿ ਤੁਸੀਂ ਵੱਖਰੀਆਂ ਸਟੇਜਾਂ ਨੇ। ਹਾਂ ਬਿਲਕੁਲ। ਹੁਣ ਦੇਖੋ ਨਾ,
ਬਾਰਡਰ ਖੁੱਲੇ, ਹੁਣ ਬੱਚਾ ਆ ਗਿਆ, ਜਦ ਤੱਕ ਤੁਹਾਡੀ COE ਆਣੀ ਵੱਡੀ ਗੱਲ ਨਹੀਂ, ਕੱਲ ਨੂੰ ਫਿਰ ਬਾਰਡਰ ਕਲੋਜ਼ ਹੋ ਜਾਣਾ, ਦੈਨ ਵਾਟ ਯੂ ਵਿਲ ਡੂ? ਫਿਰ ਉੱਥੇ ਹੀ ਖੜੇ ਹੋ ਗਏ ਜਿੱਥੇ ਅੱਜ ਤੋਂ 2 ਸਾਲ ਪਹਿਲਾਂ ਸੀਗੇ, ਉਲਟਾ ਹੋਰ ਗਾਰੇ 'ਚ ਫਸ ਗਏ, ਹੋਰ ਕਿ ਦਲਦਲ 'ਚ ਫਸ ਗਏ, ਹੋਰ ਕੀਚੜ 'ਚ ਲੱਤ ਫਸਾ ਲਈ। ਇਹੀ ਜੇਕਰ ਤੁਸੀਂ ਪਹਿਲਾਂ ਪ੍ਰੋਸੈਸ ਕੀਤਾ ਹੁੰਦਾ, 1-2 ਮੋਡਿਊਲ ਆਨਲਾਈਨ ਲਗਾ ਕੇ ਬਾਕੀ ਦੀ ਡੈਫਰਮੈਂਟ ਲਿੱਤੀ ਹੁੰਦੀ, ਅੱਜ ਤੁਸੀਂ ਆਰਾਮ ਨਾਲ ਆਸਟ੍ਰੇਲੀਆ ਹੁੰਦੇ। ਬਿਲਕੁਲ। ਅੱਛਾ, ਇਕੱਲਾ ਆਪਾਂ UK ਜਾਂ ਆਸਟ੍ਰੇਲੀਆ ਤੱਕ ਸੀਮਿਤ ਨਾ ਰਹੀ ਅੱਜ ਦੇ ਸ਼ੋਅ ਦੇ ਵਿੱਚ। 21 'ਚ ਬੜੇ ਵਿਦਿਆਰਥੀ ਵਿਚਾਰੇ ਇੰਤਜ਼ਾਰ ਕਰਦੇ ਬਹੁਤਾਂ ਨੇ ਗੈਪ ਪਾ ਲਿਆ, ਬੜਾ ਕੁਝ ਹੋਇਆ, ਪਰ ਲੰਮੀ ਗੱਲ 'ਚ ਨਹੀਂ ਜਾਵਾਂਗੇ। ਜਨਵਰੀ ਤੋਂ ਲੈ ਕੇ ਅਪ੍ਰੈਲ ਤੱਕ 4 ਮਹੀਨਿਆਂ ਦੇ ਵਿੱਚ ਬਾਕੀ ਯੂਰਪ ਦੇ ਬਹੁਤ ਸਾਰੇ ਕੰਟਰੀਜ਼ ਨੇ, US ਹੈਗਾ, ਕੈਨੇਡਾ ਦਾ ਚਲੋ ਆਪਾਂ ਗੱਲ ਹੀ ਨਹੀਂ ਕਰਾਂਗੇ ਕਿਉਂਕਿ ਮੇਨ ਟੇਕ ਥੋੜ੍ਹੀਆਂ ਸੀਟਾਂ ਰਹਿ ਗਈਆਂ, ਪਰ ਸੈਪਟੈਂਬਰ ਦੀ ਗੱਲ ਹਰ ਕੋਈ ਕਰ ਹੀ ਰਿਹਾ ਕੈਨੇਡਾ ਦੀ ਗੱਲ। ਨਿਊਜ਼ੀਲੈਂਡ ਨੇ ਵੀ ਮੇਰੇ ਖਿਆਲ ਮੈਦਾਨ 'ਚ ਆ ਜਾਣਾ, ਆਸਟ੍ਰੇਲੀਆ ਦੀ ਆਪਾਂ ਗੱਲ ਕਰਕੇ ਹਟੇ ਹਾਂ, ਜਾਂ ਅਦਰਸ ਕੰਟਰੀ ਯੂਰਪੀਅਨ ਕੰਟਰੀਜ਼। ਕਿਹੜੇ ਆਪਸ਼ਨਸ ਸਾਡੇ ਕੋਲ ਅਪ੍ਰੈਲ ਤੱਕ ਬਚਦੀਆਂ, ਕਿਹੜੇ ਕੰਟਰੀਜ਼? ਅਪ੍ਰੈਲ ਤੱਕ ਅਗੇਨ ਪੰਜਾਬ ਦੇ ਅੰਦਰ, ਸਾਡੇ ਪੰਜਾਬੀ ਕਮਿਊਨਿਟੀ ਦੇ ਅੰਦਰ ਇੱਕ 1+1 ਦੀ ਸਕੀਮ ਜਿਹਨੂੰ ਕਿ ਆਪਾਂ ਸਪਾਊਸ ਵੀਜ਼ਾ ਕਹਿ ਦਿੰਦੇ ਹਾਂ, ਉਹਦੀ ਬਹੁਤ ਜ਼ਿਆਦਾ ਡਿਮਾਂਡ ਹੈ, ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈ, ਕਿਉਂਕਿ ਬੰਦਾ ਆਪਣੀ ਜਿਹੜੀ ਵਾਈਫ ਹੈ ਉਹ ਵੀ ਦੇਖ ਕੇ ਚੁਣਦਾ ਪਿਆ ਇੱਥੇ ਕਿ ਜੀ ਪੜ੍ਹੀ ਲਿਖੀ ਹੋਏ, ਤਾਂ ਕਿ ਕਿਸੇ ਨਾ ਕਿਸੇ ਤਰੀਕੇ 'ਚ ਮੈਂ ਆਇਲਸ ਨਹੀਂ ਕਰ ਸਕਿਆ, ਮੈਂ ਪੜ੍ਹ ਨਹੀਂ ਸਕਿਆ, ਤੇ ਮੈਂ ਆਪਣੀ ਵਾਈਫ ਦੇ ਸਹਾਰੇ ਜਾਂ ਆਪਣੇ ਹਸਬੈਂਡ ਦੇ ਸਹਾਰੇ ਕਿਸੇ ਤਰੀਕੇ ਨਾਲ ਬਾਹਰ ਨਿਕਲ ਜਾਵਾਂ ਔਰ ਸੈਟਲ ਹੋ ਜਾਵਾਂ ਜੀ। ਹੁਣ ਉਹ ਸਟੂਡੈਂਟ ਜਿਨ੍ਹਾਂ ਨੇ ਆਇਲਸ ਨਹੀਂ ਕੀਤੀ, ਜਾਂ ਜਿਨ੍ਹਾਂ ਦਾ ਗੈਪ ਜ਼ਿਆਦਾ ਹੈ, ਜਾਂ ਜੋ ਕਿ ਆਸਟ੍ਰੇਲੀਆ, UK ਜਾਂ ਫਿਰ ਕੈਨੇਡਾ ਲਈ ਐਲੀਜੀਬਲ ਨਹੀਂ ਹੈਗੇ, ਉਹਨਾਂ ਸਟੂਡੈਂਟਸ ਲਈ ਇੱਕ ਬਹੁਤ ਵਧੀਆ ਆਪਸ਼ਨ ਹੈਗੀ ਹੈ ਸਵੀਡਨ। ਸਵੀਡਨ ਦੇ ਅੰਦਰ ਸਭ ਤੋਂ ਜਿਹੜਾ ਉਹਦਾ ਐਡਵਾਂਟੇਜ ਹੈ ਉਹ ਇਹ ਹੈ, ਸਕਸੈਸ ਰੇਟ ਬਹੁਤ ਅੱਛਾ ਹੈ, ਪਲੱਸ ਟੈਕਨੀਕਲ ਬੈਕਗਰਾਊਂਡ ਦੇ ਸਟੂਡੈਂਟਸ ਨੂੰ ਆਇਲਸ ਕਰਨ ਦੀ ਲੋੜ ਨਹੀਂ, ਪਲੱਸ ਦੇਰ ਵਿਲ ਬੀ ਅ ਨਾਰਮਲ ਇੰਟਰਵਿਊ ਕੰਡਕਟ ਬਾਈ ਦਾ ਹਾਈ ਕਮਿਸ਼ਨ। ਐਂਡ ਅਪਾਰਟ ਫਰੋਮ ਆਲ ਥੀਸ ਥਿੰਗਸ, ਜਿਹੜਾ ਸਭ ਤੋਂ ਵੱਡਾ ਪਲੱਸ ਪੁਆਇੰਟ ਐਡਵਾਂਟੇਜ ਹੈ ਉਹ ਇਹ ਹੈ ਕਿ ਡਿਪੈਂਡੈਂਟ ਦੇ ਨਾਲ ਸਟੂਡੈਂਟ ਨੂੰ ਵੀ 24 ਘੰਟੇ ਕੰਮ ਕਰਨ ਦੀ ਪਰਮਿਸ਼ਨ ਹੁੰਦੀ ਹੈ, ਮਤਲਬ ਆਪਣੀ ਕਲਾਸਿਸ ਲਗਾਉਣ ਤੋਂ ਇਲਾਵਾ। ਇਹ ਕਦੋਂ ਘੰਟੇ? ਇਹਦਾ ਇਹ ਚੀਜ਼ ਇੱਕ ਬਹੁਤ ਵਧੀਆ ਪੁਆਇੰਟ ਤੁਸੀਂ ਦੱਸਿਆ। ਬੇਸਿਕਲੀ ਇਟਸ ਅ ਲੈਂਥੀ ਪ੍ਰੋਸੀਜਰ। ਇਹਦੀ ਜਿਹੜੀ ਐਪਲੀਕੇਸ਼ਨ ਸਬਮਿਟ ਕਰਨ ਦਾ ਲਾਸਟ ਡੇਟ ਹੈ ਉਹ 15th of January ਹੈ। ਅੱਛਾ, 15 ਜਨਵਰੀ ਹੈ। ਜਿਨ੍ਹਾਂ ਨੇ ਜਾਣਾ ਅੱਜ ਹੀ ਆਪਣੀ ਤਿਆਰੀ ਕਰਨੀ, ਉਹਨਾਂ ਨੂੰ ਹੁਣੇ ਹੀ ਆਪਣੀ ਤਿਆਰੀ ਕਰਨੀ ਪੈਣੀ ਹੈ, ਹੁਣੇ ਕੰਸਲਟ। ਸ਼ਰਤਾਂ ਦੱਸੋਗੇ ਥੋੜ੍ਹੀਆਂ ਕਿਹੜੇ ਕਿਵੇਂ ਕਿਹਨਾਂ ਦੀ ਐਪਲੀਕੇਸ਼ਨ ਪਏਗੀ? ਬਿਲਕੁਲ। ਜੇਕਰ ਤੁਸੀਂ ਕੋਈ ਟੈਕਨੀਕਲ ਬੈਕਗਰਾਊਂਡ ਤੋਂ ਲਾਈਕ ਕੰਪਿਊਟਰਸ ਇੰਜੀਨੀਅਰਿੰਗ ਹੈ, BTech ਕੀਤੀ ਹੈ, BCA ਕੀਤੀ ਹੈ, 4 ਸਾਲ ਦੀ ਡਿਗਰੀ ਹੈ, ਉਹਨਾਂ ਸਟੂਡੈਂਟਸ ਨੂੰ ਆਇਲਸ ਕਰਨ ਦੀ ਲੋੜ ਨਹੀਂ। ਅਦਰਵਾਈਜ਼ ਤੁਹਾਨੂੰ 6 ਔਰ 6.5 ਕੋਰਸ ਟੂ ਕੋਰਸ ਵੈਰੀ ਕਰਦੇ ਚੀਜ਼ਾਂ ਉਹ ਚਾਹੀਦੇ ਆ। ਆਫਰ ਲੈਟਰ ਸਬਮਿਟ ਕਰਨ ਦੀ, ਪੰਚ ਕਰਨ ਦੀ ਐਪਲੀਕੇਸ਼ਨ ਦੀ, ਜਿਸ ਤਰ੍ਹਾਂ ਕਿ ਮੈਂ ਹੁਣੇ ਦੱਸਿਆ ਕਿ 15th of January ਲਾਸਟ ਡੇਟ ਹੈ। ਉਸ ਤੋਂ ਪਹਿਲਾਂ ਕਰਨੀ ਜ਼ਰੂਰੀ ਹੈ, ਕਿਉਂਕਿ ਕਈ ਵਾਰੀ ਕੋਈ ਰਿਕੁਆਇਰਮੈਂਟ ਆ ਜਾਂਦੀ ਹੈ, ਐਸਾ ਨਾ ਹੋਏ ਲਾਸਟ ਮੂਮੈਂਟ 'ਤੇ ਤੁਸੀਂ ਆਓ, ਹਲੇ ਜਨਵਰੀ ਸਟਾਰਟ ਨਹੀਂ ਹੋਇਆ, 2 ਵੀਕ ਦਾ ਟਾਈਮ ਮੋਰ ਦੈਨ ਸਫੀਸ਼ੀਐਂਟ ਹੁੰਦਾ ਟੂ ਟੇਕ ਦਾ ਡਿਸੀਜਨ ਔਰ ਸਟਾਰਟ ਦਾ ਪ੍ਰੋਸੈਸ। ਤੀਸਰੀ ਚੀਜ਼, ਆਫਰ ਲੈਟਰ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ ਘੱਟੋ ਘੱਟ 2 ਤੋਂ 3 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਹੈ। ਓਕੇ, ਯਾਨੀ ਕਿ ਮਾਰਚ, ਅਪ੍ਰੈਲ, ਮਈ ਤੋਂ ਸ਼ੁਰੂ ਹੋਣਗੇ ਆਫਰ ਲੈਟਰ ਜਿਹੜੇ ਹੈ ਆਣੇ ਸਟਾਰਟ ਹੋਣਗੇ, ਔਰ ਉਸ ਤੋਂ ਬਾਅਦ 1.5 ਤੋਂ 2 ਮਹੀਨੇ ਦਾ ਪ੍ਰੋਸੈਸ, ਯਾਨੀ ਕਿ ਜੁਲਾਈ ਤੱਕ ਬੱਚਾ ਜਿਹੜਾ ਫਲਾਈ ਕਰੇਗਾ। ਸਵੀਡਨ ਜਾਣ ਵਾਲਾ ਨੂੰ ਅੱਜ ਹੀ ਤਿਆਰੀ ਕਰਨੀ ਚਾਹੀਦੀ ਤਾਂ ਜੂਨ 'ਚ ਜਾਏਗਾ। ਲੇਕਿਨ ਔਨ ਐਵਰੇਜ ਅਗਰ ਮੈਂ ਜਿਹੜੀ ਸਟ੍ਰੇਟ ਅਵੇ ਗੱਲ ਅਗਰ ਕਰਾਂ, ਸਟ੍ਰੇਟ ਫਾਰਵਰਡ ਗੱਲ ਕਰਾਂ, ਸਟੂਡੈਂਟਸ ਦਾ ਸੋਰਸ ਆਫ ਇਨਕਮ ਬਹੁਤ ਵਧੀਆ ਹੈ, ਵਰਕ ਓਪਰਚੁਨਿਟੀਜ਼ ਬਹੁਤ ਵਧੀਆ ਹੈ, ਔਰ ਇੱਕ ਨਾਰਮਲ ਨਾਨ ਟੈਕਨੀਕਲ ਬੰਦਾ ਵੀ ਉੱਥੋਂ ਇੰਡੀਅਨ ਕਰੰਸੀ ਦੇ ਹਿਸਾਬ ਨਾਲ 1.5 ਤੋਂ 2 ਲੱਖ ਰੁਪਏ ਜਿਹੜੇ ਆ ਬੜੇ ਆਰਾਮ ਨਾਲ ਬਚਾ ਲੈਂਦਾ। ਡਿਪੈਂਡੈਂਟ ਔਰ ਵਰਕ ਵੀਜ਼ਾ ਵਾਲਾ ਸਟੂਡੈਂਟ ਹੈ ਉਹ ਵੀ 70-80 ਹਜ਼ਾਰ ਤੋਂ ਪਲੱਸ ਕਮਾ ਲੈਂਦਾ, ਜੇਕਰ ਹਲੇ ਉਹ ਆਪਣੀ ਪੜ੍ਹਾਈ ਦੇ ਨਾਲ ਪੂਰਾ ਟਾਈਮ ਜੌਬ ਨਾ ਕਰੇ, ਸਿਰਫ ਪਾਰਟ ਟਾਈਮ ਜੌਬ ਕਰੇ। ਬਹੁਤ ਸ਼ੁਕਰੀਆ ਜੀ। ਦਰਸ਼ਕਾਂ ਦਾ ਵੀ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਆਪਣੇ ਦੋਸਤ ਰਣਵੀਰ ਸਿੰਘ ਨੂੰ ਆਗਿਆ ਦਿਓ। ਆਪਣੇ ਘਰਾਂ 'ਚ ਹੱਸਦੇ ਵਸਦੇ ਰਹੋ, ਖੁਸ਼ ਰਹੋ, ਆਪਣੇ ਸੁਪਨਿਆਂ ਨੂੰ ਬੂਰ ਪਾਉਣ ਵਾਸਤੇ ਮਿਹਨਤ ਕਰੋ, ਲੀਗਲ ਤਰੀਕੇ ਦੇ ਨਾਲ ਪ੍ਰਵਾਸ ਕਰੋ, ਵਿਦੇਸ਼ ਜਾਓ। ਸਤਿ ਸ਼੍ਰੀ ਅਕਾਲ, ਧੰਨਵਾਦ।